ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਚੈਪਟਰ 5 ਦਾ ਨੈਕਸਟ ਟੌਪਿਕ ਆਪਾਂ ਕਰਾਂਗੇ। ਥਰਡ ਟੌਪਿਕ ਹੈ ਪੋਲਰ ਐਂਡ ਨਾਨ ਪੋਲਰ ਡਾਈਇਲੈਕਟ੍ਰਿਕਸ। ਹੁਣ ਆਪਾਂ ਨੂੰ ਪਤਾ ਕਿ ਕਿਸੇ ਵੀ ਐਟਮ ਦੇ ਅੰਦਰ ਨੈਗੇਟਿਵ ਚਾਰਜ ਕੈਰੀਅਰਸ ਹੀ ਕੀ ਕਰਦੇ ਨੇ, ਮੂਵ ਕਰਦੇ ਆ, ਅਤੇ ਜਿਹੜੇ ਪੋਜ਼ੀਟਿਵ ਚਾਰਜ ਕੈਰੀਅਰਸ ਨੇ ਉਹ ਇੱਕ ਜਗ੍ਹਾ ਦੇ ਉੱਪਰ ਹੀ ਫਿਕਸ ਰਹਿੰਦੇ ਆ। ਅਤੇ ਐਟਮ ਦੇ ਅੰਦਰ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕੈਰੀਅਰਸ ਹਮੇਸ਼ਾ ਹੀ ਕੀ ਆ, ਸੇਮ ਅਮਾਊਂਟ ਦੇ ਵਿੱਚ ਹੁੰਦੇ ਆ, ਇਕੁਅਲ ਨੰਬਰਸ ਦੇ ਵਿੱਚ ਪਏ ਹੁੰਦੇ ਆ। ਤਾਂ ਹੁਣ ਆਪਾਂ ਇਹ ਦੇਖਾਂਗੇ ਕਿ ਉਹਨਾਂ ਦੇ ਸੈਂਟਰ ਆਫ ਗ੍ਰੈਵਿਟੀ ਜਿਹੜੇ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕੈਰੀਅਰਸ ਦੇ ਉਹ ਆਪਸ ਦੇ ਵਿੱਚ ਕੋਇਨਸਾਈਡ ਕਰਦੇ ਆ ਜਾਂ ਨਹੀਂ ਕੋਇਨਸਾਈਡ ਕਰਦੇ। ਤਾਂ ਉਹਨਾਂ ਦੇ ਕੋਰਸਪੋਂਡਿੰਗ ਹੀ ਆਪਣੇ ਕੋਲ ਉਹਨਾਂ ਦੀਆਂ ਅਲੱਗ-ਅਲੱਗ ਨੇਮਿੰਗ ਆ, ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਉਹਨਾਂ ਨੂੰ ਕਿ ਕੋਇਨਸਾਈਡ ਕੀਤੇ ਜਾਂ ਨਹੀਂ ਕੀਤੇ। ਤਾਂ ਉਹ ਆਪਣੇ ਕੋਲ ਹੋ ਜਾਣਗੇ ਨਾਨ ਪੋਲਰ ਔਰ ਪੋਲਰ। ਤਾਂ ਫਸਟ ਆਪਣੇ ਕੋਲ ਹੈਗਾ ਨਾਨ ਪੋਲਰ ਡਾਈਇਲੈਕਟ੍ਰਿਕ। ਤਾਂ ਡਾਈਇਲੈਕਟ੍ਰਿਕ ਦੇ ਅੰਦਰ ਜੇ ਆਪਣੇ ਕੋਲ ਕਿਸੇ ਵੀ ਐਟਮ ਜਾਂ ਮੋਲੀਕਿਊਲਸ ਦੇ ਵਿੱਚ ਜਿਹੜੇ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕੈਰੀਅਰਸ ਪਏ ਨੇ, ਤਾਂ ਉਹਨਾਂ ਦੇ ਸੈਂਟਰ ਆਫ ਗ੍ਰੈਵਿਟੀ ਜੇ ਕੋਇਨਸਾਈਡ ਕਰਦੇ ਆ ਤਾਂ ਉਹ ਆਪਣੇ ਕੋਲ ਹੀ ਹੋਣਗੇ ਨਾਨ ਪੋਲਰ ਡਾਈਇਲੈਕਟ੍ਰਿਕ। ਤਾਂ ਇੱਦਾਂ ਦੇ ਐਟਮਸ ਅਤੇ ਮੋਲੀਕਿਊਲਸ ਦੇ ਅੰਦਰ ਜਿਹੜੇ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕੈਰੀਅਰਸ ਨੇ ਉਹ ਕੀ ਉਹਨਾਂ ਦੀ ਸਿਮੈਟ੍ਰੀਕਲ ਡਿਸਟਰੀਬਿਊਸ਼ਨ ਹੋਈ ਹੋਊਗੀ ਉਹਨਾਂ ਦੇ ਸੈਂਟਰ ਦੇ ਕੋਰਸਪੋਂਡਿੰਗ। ਹੁਣ ਜਿਵੇਂ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ, ਪੋਜ਼ੀਟਿਵ ਚਾਰਜ ਕੀ ਆਪਣੇ ਕੋਲ ਸੈਂਟਰ ਦੇ ਉੱਪਰ ਪਿਆ, ਅਤੇ ਨੈਗੇਟਿਵ ਚਾਰਜ ਕੈਰੀਅਰ ਕੀ ਉਹਨਾਂ ਦੀ ਸਿਮੈਟਰੀ ਦੇਖੋ, ਇਹਨਾਂ ਦੇ ਆਲੇ ਦੁਆਲੇ ਕੀ ਆ, ਸੇਮ ਅਮਾਊਂਟ ਦੇ ਵਿੱਚ ਹੀ ਰਹੂਗੀ। ਅਤੇ ਜੇ ਸੇਮ ਅਮਾਊਂਟ ਦੇ ਵਿੱਚ ਰਹਿ ਰਹੀ ਹੈ, ਸਿਮੈਟਰੀ ਇਕੁਅਲ ਹੈਗੀ ਆ, ਤਾਂ ਸਿਮੈਟਰੀਕਲ ਚਾਰਜ ਡਿਸਟਰੀਬਿਊਸ਼ਨ ਸੈਂਟਰ ਦੇ ਅਕਰੋਸ ਕੀ ਆ, ਸੇਮ ਆ। ਅਤੇ ਉਹਨਾਂ ਨੇ ਕੀ ਕਰਨਾ, ਇੱਕ ਦੂਜੇ ਦੇ ਇਫੈਕਟ ਨੂੰ ਜੇ ਕੈਂਸਲ ਕਰ ਦੇਣਗੇ ਤਾਂ ਨੈਟ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਦੀ ਵੈਲਿਊ ਕੀ ਆਪਣੇ ਕੋਲ ਜ਼ੀਰੋ ਹੋ ਜੂਗੀ, ਕਿਉਂਕਿ ਉਹਨਾਂ ਦੇ ਵਿਚਕਾਰ ਸੈਪਰੇਸ਼ਨ ਦੀ ਵੈਲਿਊ ਕੀ ਜ਼ੀਰੋ ਆ ਪੋਜ਼ੀਟਿਵ ਅਤੇ ਨੈਗੇਟਿਵ ਚਾਰਜਸ ਦੇ ਅਰਾਊਂਡ। ਅਤੇ ਪੋਲਰ ਡਾਈਇਲੈਕਟ੍ਰਿਕ ਦੇ ਵਿੱਚ ਆਪਣੇ ਕੋਲ ਕੀ ਹੋਊਗਾ, ਜਿਹੜੇ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕੈਰੀਅਰਸ ਨੇ ਉਹਨਾਂ ਦੇ ਸੈਂਟਰ ਆਫ ਗ੍ਰੈਵਿਟੀ ਕੀ ਕੋਇਨਸਾਈਡ ਨਹੀਂ ਕਰੂਗੀ, ਉਹ ਆਪਣੇ ਕੋਲ ਹੋਣਗੇ ਪੋਲਰ ਡਾਈਇਲੈਕਟ੍ਰਿਕਸ। ਤਾਂ ਇੱਦਾਂ ਦੇ ਜਿਹੜੇ ਪੋਲਰ ਡਾਈਇਲੈਕਟ੍ਰਿਕਸ ਨੇ ਉਹਨਾਂ ਦੇ ਵਿਚਕਾਰ ਆਪਣੇ ਕੋਲ ਕੀ ਆ, ਜਿਹੜੇ ਪੋਜ਼ੀਟਿਵ ਅਤੇ ਨੈਗੇਟਿਵ ਚਾਰਜਸ ਨੇ ਤਾਂ ਉਹਨਾਂ ਦੀ ਸੈਪਰੇਸ਼ਨ ਕੀ ਆ, ਕੋਈ ਨਾ ਕੋਈ ਫਾਈਨਾਈਟ ਵੈਲਿਊ ਐਗਜ਼ਿਸਟ ਹੋਊਗੀ ਕਿ ਆਪਾਂ ਕਿੰਨੀ ਡਿਸਟੈਂਸ ਦੇ ਉੱਪਰ ਉਹਨਾਂ ਨੂੰ ਪਲੇਸ ਕੀਤਾ ਹੋਇਆ, ਅਤੇ ਕਿੰਨੀ ਡਿਸਟੈਂਸ ਦੇ ਉੱਪਰ ਖੁਦ ਆਪਣੇ ਆਪ ਨੂੰ ਡਿਸਟਰੀਬਿਊਟ ਕਰ ਰਹੇ ਆ। ਅਤੇ ਇਸ ਕੇਸ ਦੇ ਵਿੱਚ ਜਿਹੜੀ ਉਹਨਾਂ ਦੀ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਆ ਉਹਦੀ ਕੋਈ ਨਾ ਕੋਈ ਫਾਈਨਾਈਟ ਵੈਲਿਊ ਹੋਊਗੀ, ਐਗਜ਼ਿਸਟ ਕਰੂਗੀ। ਨਾਨ ਪੋਲਰ ਦੇ ਵਿੱਚ ਕੀ ਕਿਹਾ ਸੀਗਾ ਆਪਾਂ ਕਿ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਦੀ ਵੈਲਿਊ ਜ਼ੀਰੋ ਹੋਊਗੀ, ਬਟ ਪੋਲਰ ਦੇ ਵਿੱਚ ਕੀ ਆ, ਫਾਈਨਾਈਟ ਵੈਲਿਊ ਐਗਜ਼ਿਸਟ ਕਰੂਗੀ। ਤਾਂ ਹੁਣ ਇਹਨਾਂ ਦੇ ਵਿੱਚ ਕੀ ਆਪਣੇ ਕੋਲ ਜਿਹੜੀ ਸੀਗੀ ਡਿਸਟਰੀਬਿਊਸ਼ਨ ਹੋਈ ਚਾਰਜਸ ਦੀ ਉਹ ਕੀ ਅਸਿਮੈਟ੍ਰੀਕਲ ਹੋਊਗੀ, ਤਾਂ ਇਹਨਾਂ ਨੇ ਕਿ ਆਪਾਂ ਨੂੰ ਆਇਨਸ ਦੀ ਫਾਰਮ ਦੇ ਵਿੱਚ ਮਿਲ ਜਾਂਦੇ ਆ। ਨੈਕਸਟ ਹੈ ਆਪਣੇ ਕੋਲ ਫੋਰਥ ਆਰਟੀਕਲ ਪੋਲਰਾਈਜੇਸ਼ਨ ਨਾਨ ਪੋਲਰ ਐਟਮ ਪਲੇਸਡ ਇਨ ਇਲੈਕਟ੍ਰਿਕ ਫੀਲਡ। ਹਾਂ, ਨਾਨ ਪੋਲਰ ਐਟਮ ਆਪਾਂ ਕਿਹਨੂੰ ਕਹਿ ਕੇ ਚੱਲੇ ਸੀਗੇ ਕਿ ਨਾਨ ਪੋਲਰ ਡਾਈਇਲੈਕਟ੍ਰਿਕ ਦੇ ਵਿੱਚ ਕੀ ਸੀ ਕਿ ਪੋਜ਼ੀਟਿਵ ਚਾਰਜ ਕੈਰੀਅਰ ਜਾਂ ਆਪਾਂ ਨਿਊਕਲੀਅਸ ਲੈ ਕੇ ਚੱਲੇ ਸੀ, ਤਾਂ ਉਹਨਾਂ ਦੇ ਵਿੱਚ ਜਿਹੜੀ ਚਾਰਜਸ ਦੀ ਡਿਸਟਰੀਬਿਊਸ਼ਨ ਹੋਈ ਸੀਗੀ ਤਾਂ ਉਹ ਸਿਮੈਟ੍ਰੀਕਲ ਸੀਗੀ, ਅਤੇ ਸੈਪਰੇਸ਼ਨ ਕੀ ਸੀ ਪੋਜ਼ੀਟਿਵ ਅਤੇ ਨੈਗੇਟਿਵ ਦੇ ਵਿੱਚ ਜ਼ੀਰੋ। ਹੁਣ ਆਪਣੇ ਕੋਲ ਕੀ ਆ, ਫਿਰ ਨਾਨ ਪੋਲਰ ਆਪਾਂ ਲਿਆ ਹੋਇਆ, ਅਤੇ ਜੇ ਆਪਾਂ ਨਾਨ ਪੋਲਰ ਨੂੰ ਇਲੈਕਟ੍ਰਿਕ ਫੀਲਡ ਅਪਲਾਈ ਕਰਵਾ ਰਹੇ ਹਾਂ ਤਾਂ ਜਿਹੜੇ ਪੋਜ਼ੀਟਿਵ ਨਿਊਕਲੀਅਸ ਹੋ, ਹੁਣ ਪਹਿਲਾਂ ਜਿਵੇਂ ਇਹਦੇ ਵਿੱਚ ਸੀਗਾ ਆਪਣੇ ਕੋਲ ਕਿ ਪੋਜ਼ੀਟਿਵ ਸੈਂਟਰ 'ਚ ਪਿਆ ਸੀ, ਹੁਣ ਆਪਾਂ ਕਿਹਾ ਕਿ ਜਦੋਂ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕਰਵਾਉਣਾ ਨਾਨ ਪੋਲਰ ਮੋਲੀਕਿਊਲ ਨੂੰ ਜਾਂ ਨਾਨ ਪੋਲਰ ਆਪਾਂ ਐਟਮ ਲੈ ਕੇ ਚੱਲ ਰਹੇ ਹਾਂ, ਤਾਂ ਹਾਂ ਜੇ ਨਾਨ ਪੋਲਰ ਐਟਮ ਆਪਾਂ ਲਿਆਏ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕੀਤਾ ਤਾਂ ਪੋਜ਼ੀਟਿਵ ਚਾਰਜ ਨੇ ਕੀ ਕਰਨਾ ਕਿ ਜਿਹੜੀ ਡਾਇਰੈਕਸ਼ਨ ਦੇ ਵਿੱਚ ਆਪਾਂ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕਰਾਂਗੇ ਉਹਦੀ ਹੀ ਡਾਇਰੈਕਸ਼ਨ ਦੇ ਵਿੱਚ ਉਹਨੇ ਮੂਵ ਕਰਨਾ ਸ਼ੁਰੂ ਕਰ ਦੇਣਾ, ਮਤਲਬ ਆਪਣੀ ਐਕਚੁਅਲ ਪੋਜੀਸ਼ਨ ਤੋਂ ਉਹਨੇ ਡਿਸਪਲੇਸ ਕਰ ਲਿਆ। ਤਾਂ ਹੁਣ ਇਲੈਕਟ੍ਰਿਕ ਫੀਲਡ ਆਪਾਂ ਕਿੰਨੀ ਅਪਲਾਈ ਕੀਤੀ ਸੀਗੀ E0, ਅਤੇ ਪੋਜ਼ੀਟਿਵ ਵੀ ਉਹਦੀ ਡਾਇਰੈਕਸ਼ਨ ਦੇ ਵਿੱਚ ਹੀ ਮੂਵ ਕਰ ਗਿਆ। ਤਾਂ ਹੁਣ ਆਪਣੇ ਕੋਲ ਕੀ ਸੀਗੇ, ਜਿਹੜੇ ਇਲੈਕਟ੍ਰੋਨ ਸੀਗੇ ਉਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸ਼ੁਰੂ ਕਰ ਦੇਣਗੇ। ਤਾਂ ਹੁਣ ਪੋਜ਼ੀਟਿਵ ਇਸ ਡਾਇਰੈਕਸ਼ਨ 'ਚ ਮੂਵ ਕੀਤਾ ਰਾਈਟ ਹੈਂਡ ਸਾਈਡ, ਇਲੈਕਟ੍ਰੋਨਸ ਕਿੱਧਰ ਮੂਵ ਕਰ ਗਏ ਲੈਫਟ ਹੈਂਡ ਸਾਈਡ। ਤਾਂ ਹੁਣ ਇਹਨਾਂ ਦੇ ਕਾਰਨ ਹੀ ਆਪਣੇ ਕੋਲ ਕੀ ਆ ਕਿ ਰੀਸਟੋਰਿੰਗ ਫੋਰਸ ਨੇ ਉੱਥੇ ਡਿਵੈਲਪ ਹੋਣਾ ਸ਼ੁਰੂ ਕਰ ਦੇਣਾ। ਤਾਂ ਉਹ ਰੀਸਟੋਰਿੰਗ ਫੋਰਸ ਡਿਵੈਲਪ ਕਿਉਂ ਹੋ ਰਿਹਾ ਕਿ ਜਿਹੜੇ ਇਲੈਕਟ੍ਰੋਨਸ ਉੱਥੇ ਅਪਲਾਈਡ ਇਲੈਕਟ੍ਰਿਕ ਫੀਲਡ ਦੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਸੀ ਉਹਨਾਂ ਨੂੰ ਵਾਪਸ ਉਹਨਾਂ ਦੀ ਓਰੀਜਨਲ ਪੋਜੀਸ਼ਨ 'ਤੇ ਲੈ ਆਵੇ ਜਿੱਥੇ ਉਹ ਐਕਚੁਅਲ ਦੇ ਵਿੱਚ ਪਈ ਸੀ। ਤਾਂ ਇਹ ਜਿਹੜੀ ਸਟ੍ਰੈਚਿੰਗ ਹੈ, ਮਤਲਬ ਜਿਹੜੇ ਇਲੈਕਟ੍ਰੋਨਸ ਮੂਵ ਕਰ ਰਹੇ ਜਾਂ ਪੋਜ਼ੀਟਿਵ ਚਾਰਜ ਮੂਵ ਕਰ ਰਿਹਾ ਸੀ, ਇਹ ਕਿੰਨਾ ਟਾਈਮ ਹੁੰਦੀ ਰਹੂਗੀ, ਜਿੰਨਾ ਟਾਈਮ ਆਪਣੇ ਕੋਲ ਰੀਸਟੋਰਿੰਗ ਫੋਰਸ ਦੀ ਵੈਲਿਊ ਇਕੁਅਲ ਐਂਡ ਓਪੋਜ਼ਿਟ ਹੋ ਜੂਗੀ, ਕਿ ਇਹਦੇ ਤੋਂ ਇਕੁਅਲ ਐਂਡ ਓਪੋਜ਼ਿਟ ਹੋਊਗੀ ਜਿਹੜਾ ਉੱਥੇ ਫੋਰਸ ਐਗਜ਼ਰਟ ਹੋਇਆ ਸੀ ਅਪਲਾਈਡ ਇਲੈਕਟ੍ਰਿਕ ਫੀਲਡ ਨੇ ਕੀਤਾ ਚਾਰਜਸ ਦੇ ਉੱਪਰ, ਟਿਲ ਦੀ ਰੀਸਟੋਰਿੰਗ ਫੋਰਸ ਬਿਕਮਸ ਜਸਟ ਇਕੁਅਲ ਐਂਡ ਓਪੋਜ਼ਿਟ ਟੂ ਦੀ ਫੋਰਸ। ਤਾਂ ਰੀਸਟੋਰਿੰਗ ਫੋਰਸ ਦੀ ਵੈਲਿਊ ਇਕੁਅਲ ਐਂਡ ਓਪੋਜ਼ਿਟ ਹੋਣੀ ਚਾਹੀਦੀ ਆ, ਕਿਹੜੇ ਫੋਰਸ ਦੇ ਇਕੁਅਲ ਹੋਣੀ ਚਾਹੀਦੀ ਹੈ, ਜਿਹੜਾ ਫੋਰਸ ਅਪਲਾਈਡ ਇਲੈਕਟ੍ਰਿਕ ਫੀਲਡ ਨੇ ਐਗਜ਼ਰਟ ਕੀਤਾ। ਤਾਂ ਇਸੇ ਕਰਕੇ ਡਾਈ ਇਲੈਕਟ੍ਰਿਕ ਐਟਮਸ ਦੇ ਅੰਦਰ ਜਿਹੜੀ ਸਟ੍ਰੈਚਿੰਗ ਹੋ ਰਹੀ ਆ ਚਾਰਜਸ ਦੀ, ਮਤਲਬ ਚਾਰਜਸ ਨੇ ਡਿਸਪਲੇਸ ਕੀਤਾ ਆਪਣੀ ਐਕਚੁਅਲ ਪੋਜੀਸ਼ਨ ਤੋਂ। ਪੋਜ਼ੀਟਿਵ ਕਿਵੇਂ ਸੀਗਾ ਚਾਰਜ ਆਪਣੇ ਕੋਲ ਰਾਈਟ ਹੈਂਡ ਸਾਈਡ ਮੂਵ ਕਰ ਗਿਆ ਸੀ, ਅਤੇ ਇਲੈਕਟ੍ਰੋਨਸ ਕੀ ਸੀਗੇ
ਲੈਫਟ ਹੈਂਡ ਸਾਈਡ ਮੂਵ ਕਰਕੇ ਮਤਲਬ ਅਪਲਾਈਡ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇਲੈਕਟ੍ਰੋਨਸ ਮੂਵ ਕਰ ਰਹੇ ਸੀ। ਤਾਂ ਉਹ ਕਦੋਂ ਮੂਵ ਕੀਤੇ, ਜਦੋਂ ਆਪਾਂ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕੀਤਾ ਸੀ। ਤਾਂ ਇਸ ਇਫੈਕਟ ਨੂੰ ਆਪਾਂ ਕੀ ਨਾਮ ਦਿੰਦੇ ਆ, ਪੋਲਰਾਈਜੇਸ਼ਨ। ਨੈਕਸਟ ਆਪਣੇ ਕੋਲ ਹੈ ਪੋਲਰਾਈਜੇਸ਼ਨ ਆਫ ਅ ਡਾਈ ਇਲੈਕਟ੍ਰਿਕ ਸਲੈਬ। ਤਾਂ ਹੁਣ ਇਹਦੇ ਲਈ ਆਪਾਂ ਪੈਰਲਲ ਪਲੇਟ ਕਪੈਸਿਟਰ ਲੈ ਕੇ ਚੱਲਾਂਗੇ। ਉਹਨਾਂ ਦੇ ਅੰਦਰ ਕੀ ਆਪਣੇ ਕੋਲ ਵੈਕਿਊਮ ਆ। ਤਾਂ ਹੁਣ ਉਹਨਾਂ ਲਈ ਆਪਾਂ ਕੀ ਕਰਾਂਗੇ ਕਿ ਕਪੈਸਿਟਰ ਨੂੰ ਜਦੋਂ ਆਪਾਂ ਚਾਰਜ ਕਰਨਾ ਸ਼ੁਰੂ ਕਰਦੇ ਹਾਂ ਬੈਟਰੀ ਦੇ ਨਾਲ, ਹੁਣ ਜੇ ਚਾਰਜ ਕਰਨਾ ਸ਼ੁਰੂ ਕੀਤਾ ਤਾਂ ਕੋਈ ਨਾ ਕੋਈ ਇਲੈਕਟ੍ਰਿਕ ਫੀਲਡ ਈ ਨਾਟ ਦੀ ਵੈਲਿਊ ਨੇ ਉੱਥੇ ਗਰੋ ਕਰਨਾ ਸ਼ੁਰੂ ਕਰ ਦੇਣਾ। ਤਾਂ ਹੁਣ ਦੋਨੋਂ ਪਲੇਟਸ ਦੇ ਲਈ, ਹੁਣ ਦੋ ਪਲੇਟਸ ਸੀਗੀਆਂ ਆਪਣੇ ਕੋਲੇ, ਆਪਾਂ ਕੀ ਕਹਿ ਕੇ ਚੱਲੇ ਸੀਗੇ, ਜੇ ਆਪਾਂ ਇਹਨਾਂ ਨੂੰ ਚਾਰਜ ਕਰਾਂਗੇ ਤਾਂ ਚਾਰਜ ਕਰਨ ਦੇ ਕਾਰਨ ਹੀ ਉੱਥੇ ਇਲੈਕਟ੍ਰਿਕ ਫੀਲਡ ਈ ਨਾਟ ਨੇ ਸੈੱਟ ਹੋਣਾ ਸ਼ੁਰੂ ਕੀਤਾ, ਮੀਨਸ ਗਰੋ ਕਰਨ ਲੱਗ ਗਈ। ਤਾਂ ਈ ਨਾਟ ਆਪਣੇ ਕੋਲੇ ਕਿਵੇਂ ਲੱਗ ਰਹੀ ਆ, ਪੋਜ਼ਿਟਿਵ ਟੂ ਨੈਗੇਟਿਵ। ਹੁਣ ਜਿਹੜੀ ਪਲੇਟ ਨੂੰ ਆਪਾਂ ਪੋਜ਼ਿਟਿਵ ਚਾਰਜ ਦਿੱਤਾ ਹੋਇਆ ਸੀ ਉੱਥੇ ਚਾਰਜ ਡੈਂਸਿਟੀ ਕਿੰਨੀ ਆ, ਸਿਗਮਾ। ਪੋਜ਼ਿਟਿਵ ਸੀਗੀ ਤਾਂ ਪਲੱਸ ਸਿਗਮਾ। ਇਸ ਪਲੇਟ ਨੂੰ ਆਪਾਂ ਨੈਗੇਟਿਵ ਚਾਰਜ ਦਿੱਤਾ ਹੋਇਆ ਸੀ ਤਾਂ ਇੱਧਰ ਚਾਰਜ ਡੈਂਸਿਟੀ ਕਿੰਨੀ ਹੋ ਜੂਗੀ, ਮਾਈਨਸ ਸਿਗਮਾ। ਤਾਂ ਸਰਫੇਸ ਚਾਰਜ ਡੈਂਸਿਟੀ ਹੋ ਜਾਣਗੀਆਂ। ਤਾਂ ਇਸ ਕਾਰਨ ਆਪਣੇ ਕੋਲ ਜਿਹੜੀ ਇਲੈਕਟ੍ਰਿਕ ਫੀਲਡ ਆ ਰਹੀ ਆ ਦੋਨੋਂ ਪਲੇਟਸ ਦੇ ਲਈ, ਉਹਦੀ ਵੈਲਿਊ ਕਿੰਨੀ ਹੋ ਜੂਗੀ, ਈ ਨਾਟ ਇਜ਼ ਇਕੁਅਲ ਟੂ ਸਿਗਮਾ ਅਪੋਨ ਐਪਸਾਈਲਨ ਨਾਟ। ਤਾਂ ਹੁਣ ਨੈਕਸਟ ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਕੋਈ ਵੀ ਡਾਈ ਇਲੈਕਟ੍ਰਿਕ ਸਲੈਬ ਆ ਆਪਣੇ ਕੋਲੇ ਨੋਨ ਪੋਲਰ ਐਟਮਸ ਦੀ, ਉਹਨਾਂ ਨੂੰ ਕੀ ਕਰਨਾ, ਆਪਾਂ ਇਸ ਪੈਰਲਲ ਪਲੇਟਸ ਦੇ ਅੰਦਰ ਇੰਟਰੋਡਿਊਸ ਕਰਵਾਉਂਦੇ ਹਾਂ। ਹੁਣ ਜਿਵੇਂ ਹੀ ਆਪਾਂ ਹੁਣ ਆਹ ਦੋ ਪਲੇਟਸ ਦਿੱਤੀਆਂ ਹੋਈਆਂ ਸੀ, ਆਪਾਂ ਕੀ ਕਿਹਾ ਕਿ ਇਹਨਾਂ ਦੇ ਅੰਦਰ ਆਪਾਂ ਡਾਈ ਇਲੈਕਟ੍ਰਿਕ ਸਲੈਬ ਜਿਹੜੀ ਨੋਨ ਪੋਲਰ ਐਟਮਸ ਦੀ ਬਣੀ ਹੋਈ ਹੈ ਉਹਨੂੰ ਇੰਟਰੋਡਿਊਸ ਕਰਵਾਤਾ। ਹੁਣ ਜਿਵੇਂ ਹੀ ਆਪਾਂ ਡਾਈ ਇਲੈਕਟ੍ਰਿਕ ਸਲੈਬ ਨੂੰ ਇੰਟਰੋਡਿਊਸ ਕਰਵਾਵਾਂਗੇ ਤਾਂ ਹਰੇਕ ਮੋਲੀਕਿਊਲ ਨੇ ਕੀ ਕਰਨਾ ਹੈ, ਪੋਲਰਾਈਜੇਸ਼ਨ ਕਰਨੀ ਸ਼ੁਰੂ ਕਰ ਦੇਣੀ ਹੈ। ਪੋਲਰਾਈਜੇਸ਼ਨ ਆਪਣੇ ਕੋਲੇ ਕੀ ਸੀਗੀ, ਰੀਡਿਸਟਰੀਬਿਊਸ਼ਨ ਹੋ ਜਾਊਗੀ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਕੈਰੀਅਰਸ ਦੀ। ਤਾਂ ਹੁਣ ਇਸ ਕੇਸ ਦੇ ਵਿੱਚ ਆਪਣੇ ਕੋਲੇ ਕੀ ਹੋ ਜਾਊਗਾ ਕਿ ਜਿਹੜਾ ਲੈਫਟ ਫੇਸ ਹੋਊਗਾ ਉੱਥੇ ਸਾਰਾ ਨੈਗੇਟਿਵ ਚਾਰਜ ਨੇ ਇੰਡਿਊਸ ਕਰਨਾ ਸ਼ੁਰੂ ਕੀਤਾ। ਹੁਣ ਜੇ ਆਹ ਸਾਰੇ ਆਪਣੇ ਕੋਲੇ ਕਿਸੇ ਮੋਲੀਕਿਊਲਸ ਪਏ ਸੀ, ਹੁਣ ਉਹਨਾਂ ਨੇ ਕੀ ਕੀਤਾ, ਪੋਲਰਾਈਜੇਸ਼ਨ ਹੋਈ। ਪੋਲਰਾਈਜੇਸ਼ਨ ਹੋਣ ਦੇ ਕਾਰਨ ਹੀ ਉਹਨਾਂ ਦੇ ਇੱਕ ਐਂਡ ਦੇ ਉੱਪਰ ਨੈਗੇਟਿਵ ਚਾਰਜ, ਇੱਕ ਐਂਡ ਦੇ ਉੱਪਰ ਪੋਜ਼ਿਟਿਵ ਚਾਰਜ। ਤਾਂ ਫਿਰ ਨੈਗੇਟਿਵ ਪੋਜ਼ਿਟਿਵ ਮਤਲਬ ਮੀਨਸ ਆਪੋਜ਼ਿਟ ਚਾਰਜਸ ਆਉਣਗੇ ਉਹਨਾਂ ਦੇ ਐਂਡ ਫੇਸਿਸ ਦੇ ਉੱਪਰ। ਤਾਂ ਐਂਡ ਫੇਸਿਸ ਦੇ ਉੱਪਰ ਜਿਹੜੇ ਚਾਰਜਸ ਸਾਰਿਆਂ ਗਰੋ ਕਰਨ ਲੱਗ ਗਏ। ਹੁਣ ਇਹ ਆਪਣੇ ਕੋਲੇ ਕੀ ਇੰਡਿਊਸਡ ਚਾਰਜਸ ਆ ਗਏ। ਤਾਂ ਹੁਣ ਜਿਹੜੇ ਇਸ ਦੇ ਅੰਦਰ ਮੋਲੀਕਿਊਲਸ ਲਾਈ ਕੀਤੇ ਹੋਏ ਸੀ, ਹੁਣ ਇੱਥੇ ਪੋਜ਼ਿਟਿਵ ਆ, ਇੱਥੇ ਨੈਗੇਟਿਵ, ਇਹ ਸਾਰੇ ਇੱਕ ਦੂਜੇ ਦੇ ਇਫੈਕਟ ਨੂੰ ਕੀ ਨਿਊਟਰਲ ਕਰ ਰਹੇ। ਤਾਂ ਅੰਦਰ ਤਾਂ ਸਾਰਾ ਇਫੈਕਟ ਜ਼ੀਰੋ ਹੋ ਜਾਊਗਾ। ਹੁਣ ਇੱਥੇ ਆਪਣੇ ਕੋਲੇ ਕੀ ਸੀ, ਪੋਲਰਾਈਜੇਸ਼ਨ ਹੋਈ। ਤਾਂ ਇਸ ਪੋਲਰਾਈਜੇਸ਼ਨ ਹੋਣ ਦੇ ਕਾਰਨ ਵੀ ਆਪਣੇ ਕੋਲੇ ਕੀ ਆ, ਇੱਕ ਇਲੈਕਟ੍ਰਿਕ ਫੀਲਡ ਨੇ ਗਰੋ ਕਰਨਾ ਸ਼ੁਰੂ ਕੀਤਾ। ਤਾਂ ਉਹ ਇਲੈਕਟ੍ਰਿਕ ਫੀਲਡ ਆਪਣੇ ਕੋਲੇ ਜਿਹੜੀ ਆਊਗੀ ਉਹਨੂੰ ਆਪਾਂ ਸ਼ੋਅ ਕਰਨਾ ਇਹ ਪੀ ਦੇ ਨਾਲ। ਤਾਂ ਆਪਾਂ ਕੀ ਸੀ, ਪਹਿਲਾਂ ਇਲੈਕਟ੍ਰਿਕ ਫੀਲਡ ਖੁਦ ਬਾਹਰੋਂ ਅਪਲਾਈ ਕੀਤੀ ਹੋਈ ਸੀ, ਉਹ ਕਿੰਨੀ ਸੀਗੀ ਵੈਲਿਊ, ਈ ਨਾਟ ਪੋਜ਼ਿਟਿਵ ਟੂ ਨੈਗੇਟਿਵ ਐਕਟ ਕਰ ਰਹੀ ਸੀ। ਬਟ ਜਦੋਂ ਆਪਾਂ ਡਾਈ ਇਲੈਕਟ੍ਰਿਕ ਨੂੰ ਉਹਦੇ ਅੰਦਰ ਪਲੇਸ ਕੀਤਾ ਤਾਂ ਜਿਹੜੀ ਇਲੈਕਟ੍ਰਿਕ ਫੀਲਡ ਨੇ ਗਰੋ ਕੀਤਾ ਉਹ ਕਿਸੇ ਪੋਲਰਾਈਜੇਸ਼ਨ ਦੇ ਕਾਰਨ ਆਈ। ਤਾਂ ਉਹ ਵੀ ਪੋਲਰਾਈਜੇਸ਼ਨ ਦੇ ਕਾਰਨ ਜਿਹੜੀ ਵੈਲਿਊ ਐਗਜ਼ਿਸਟ ਕਰ ਰਹੀ ਆ ਉਹ ਵੀ ਕਿਵੇਂ ਐਕਟ ਕੀਤੀ, ਆਪੋਜ਼ਿਟ ਟੂ ਦੀ ਅਪਲਾਈਡ ਇਲੈਕਟ੍ਰਿਕ ਫੀਲਡ। ਜਿਹੜੀ ਇਲੈਕਟ੍ਰਿਕ ਫੀਲਡ ਆਪਾਂ ਖੁਦ ਅਪਲਾਈ ਕੀਤੀ ਸੀ ਉਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ। ਤਾਂ ਇਸੇ ਕਰਕੇ ਇਹ ਕਿਵੇਂ ਐਕਟ ਕਰ ਰਹੀ ਆ, ਆਪਣੇ ਕੋਲੇ ਈ ਪੀ, ਇਹ ਵੀ ਪੋਜ਼ਿਟਿਵ ਟੂ ਨੈਗੇਟਿਵ ਐਕਟ ਕਰ ਗਈ। ਤਾਂ ਐਂਡ ਫੇਸਿਸ ਦੇ ਉੱਪਰ ਜਿਹੜੇ ਚਾਰਜਸ ਆ ਗਏ ਉਹ ਕਿਹੜੇ ਨੇ, ਆਪਣੇ ਕੋਲੇ ਕਿਊ ਆਈ ਐਂਡ ਕਿਊ ਆਈ ਨਾਲ ਡਿਨੋਟ ਕੀਤਾ, ਇੱਕ ਪੋਜ਼ਿਟਿਵ ਤੇ ਨੈਗੇਟਿਵ। ਤਾਂ ਇਸੇ ਕਰਕੇ ਪੋਜ਼ਿਟਿਵ ਪਲੇਟ ਦੇ ਨੇੜੇ ਜਿਹੜਾ ਐਂਡ ਫੇਸ ਸੀ ਉੱਥੇ ਕਿਹੜਾ ਚਾਰਜ ਆ ਗਿਆ, ਨੈਗੇਟਿਵ। ਨੈਗੇਟਿਵ ਪਲੇਟ ਦੇ ਨੇੜੇ ਜਿਹੜਾ ਫੇਸ ਐਂਡ ਸੀਗਾ ਆਪਣੇ ਕੋਲ ਐਂਡ ਫੇਸ, ਉੱਥੇ ਆ ਗਿਆ ਪੋਜ਼ਿਟਿਵ ਚਾਰਜ। ਤਾਂ ਹੁਣ ਦੇਖੋ ਆਪਣੇ ਕੋਲ ਸਾਰੀਆਂ ਵੈਲਿਊਜ਼ ਕੀ ਨੇ ਕਿ ਇੰਡਿਊਸ ਚਾਰਜਸ ਹੋ ਗਏ, ਪੋਲਰਾਈਜੇਸ਼ਨ ਦੇ ਆਪਾਂ ਸਾਰਾ ਕੁਝ ਡਾਇਗਰਾਮ ਦੇ ਵਿੱਚ ਕਲੀਅਰ ਕਰ ਲਿਆ। ਤਾਂ ਇਸੇ ਕਾਰਨ ਹੁਣ ਆਪਣੇ ਕੋਲੇ ਕੀ ਆ, ਜਿਹੜੀ ਰਿਜ਼ਲਟੈਂਟ ਆ ਨੈਟ ਇਲੈਕਟ੍ਰਿਕ ਫੀਲਡ ਦੀ ਵੈਲਿਊ ਆ ਉਹ ਆਪਣੇ ਕੋਲੇ ਕਿੰਨੀ ਆਊਗੀ, ਈ ਇਜ਼ ਇਕੁਅਲ ਟੂ ਈ ਨਾਟ ਮਾਈਨਸ ਈ ਪੀ। ਈ ਨਾਟ ਵੈਲਿਊ ਕਿਹੜੀ ਸੀ, ਜਿਹੜੀ ਆਪਾਂ ਖੁਦ ਅਪਲਾਈ ਕੀਤੀ ਸੀਗੀ ਇਲੈਕਟ੍ਰਿਕ ਫੀਲਡ ਦੀ ਵੈਲਿਊ। ਈ ਪੀ ਆਪਣੇ ਕੋਲੇ ਕੀ ਸੀ, ਪੋਲਰਾਈਜੇਸ਼ਨ ਦੇ ਕਾਰਨ ਆ ਰਹੀ ਆ। ਤਾਂ ਦੋਨਾਂ ਨੂੰ ਜਦੋਂ ਆਪਾਂ ਹੈਗਾ ਮਾਈਨਸ ਕਰਕੇ ਨੈਟ ਰਿਜ਼ਲਟ ਫਾਈਂਡ ਕਰਾਂਗੇ ਤਾਂ ਉਹ ਕਿਹੜੀ ਵੈਲਿਊ ਆ ਜਾਊਗੀ, ਆਪਣੇ ਕੋਲੇ ਇਲੈਕਟ੍ਰਿਕ ਫੀਲਡ ਜਿਹੜਾ ਉੱਥੇ ਐਕਚੁਅਲ ਦੇ ਵਿੱਚ ਲੱਗ ਰਿਹਾ ਸੀਗਾ। ਤਾਂ ਹੁਣ ਇਸੇ ਕਰਕੇ ਆਪਣੇ ਕੋਲੇ ਕੀ ਆ, ਜਦੋਂ ਆਪਾਂ ਡਾਈ ਇਲੈਕਟ੍ਰਿਕ ਸਲੈਬ ਇੰਟਰੋਡਿਊਸ ਕੀਤੀ ਸੀਗੀ ਪੈਰਲਲ ਪਲੇਟਸ ਦੇ ਅੰਦਰ, ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਕੀ ਆ, ਲਗਾਤਾਰ ਕੀ ਆ, ਘਟੀ ਜਾ ਰਹੀ ਹੈ। ਅਤੇ ਇਸੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਸੀ ਘਟ ਰਹੀ ਆ, ਉਹਨੂੰ ਆਪਾਂ ਕੀ ਨਾਮ ਦਿੰਦੇ ਆ, ਰਿਡਿਊਸਡ ਵੈਲਿਊ ਆਫ ਦੀ ਇਲੈਕਟ੍ਰਿਕ ਫੀਲਡ, ਈ, ਜਿਹੜੀ ਆਪਾਂ ਹੁਣੇ ਫਾਈਂਡ ਕੀਤੀ ਸੀਗੀ। ਹੁਣ ਨੈਕਸਟ ਆਪਣੇ ਕੋਲ ਹੈ ਡਾਈ ਇਲੈਕਟ੍ਰਿਕ ਕੌਂਸਟੈਂਟ। ਤਾਂ ਡਾਈ ਇਲੈਕਟ੍ਰਿਕ ਕੌਂਸਟੈਂਟ ਦੇ ਵਿੱਚ ਆਪਣੇ ਕੋਲ ਕੀ ਇਹਨੂੰ ਡਿਨੋਟ ਕਰਦੇ ਹਾਂ ਆਪਾਂ ਕੇ ਦੇ ਨਾਲ। ਅਤੇ ਇਹ ਆਪਣੇ ਕੋਲ ਰੇਸ਼ੋ ਕਿਹਦੀ ਹੋਊਗੀ, ਜਿਹੜੀ ਇਲੈਕਟ੍ਰਿਕ ਫੀਲਡ ਆਪਾਂ ਅਪਲਾਈ ਕੀਤੀ ਸੀ ਈ ਨਾਟ, ਡਿਵੀਜ਼ਨ ਆਪਾਂ ਕਿਹਦਾ ਕਰਾਂਗੇ, ਡਿਨੋਮੀਨੇਟਰ 'ਚ ਜਿਹੜੀ ਰਿਡਿਊਸ ਹੋ ਕੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਈ ਸੀ ਉਹ ਆਪਾਂ ਕਿਵੇਂ ਫਾਈਂਡ ਕੀਤੀ ਸੀਗੀ, ਈ ਨਾਟ ਮਾਈਨਸ ਈ ਪੀ। ਤਾਂ ਹੁਣ ਡਾਈ ਇਲੈਕਟ੍ਰਿਕ ਕੌਂਸਟੈਂਟ ਕਿਹਦੇ ਇਕੁਅਲ ਹੋ ਗਿਆ, ਕੇ ਇਜ਼ ਇਕੁਅਲ ਟੂ ਈ ਨਾਟ ਅਪੋਨ ਈ। ਈ ਨਾਟ ਅਪਲਾਈਡ ਇਲੈਕਟ੍ਰਿਕ ਫੀਲਡ, ਈ ਆਪਣੇ ਕੋਲ ਕੀ ਸੀ, ਜਿਹੜੀ ਰਿਡਿਊਸ ਹੋ ਕੇ ਵੈਲਿਊ ਆ ਰਹੀ ਸੀਗੀ। ਤਾਂ ਹੁਣ ਇਸੇ ਕਰਕੇ ਆਪਣੇ ਕੋਲ ਕੀ ਆ,
ਆਪਾਂ ਹੋਰ ਕੀ ਨਾਮ ਦੇ ਸਕਦੇ ਇਹਨੂੰ, ਰਿਲੇਟਿਵ ਪਰਮਿਟਿਵਿਟੀ ਔਰ ਸਪੈਸੀਫਿਕ ਇੰਡਕਟਿਵ ਕਪੈਸਿਟੀ। ਹਾਂ ਨੈਕਸਟ ਆਪਣੇ ਕੋਲ ਹੈ ਪੋਲਰਾਈਜੇਸ਼ਨ ਡੈਂਸਿਟੀ। ਹੋਰ ਪੁਆਇੰਟ ਆਪਣੇ ਕੋਲ ਕੀ ਹੈ, ਕੇ ਦੀ ਵੈਲਿਊ ਹਮੇਸ਼ਾ ਹੀ 1 ਤੋਂ ਜ਼ਿਆਦਾ ਹੁੰਦੀ ਹੈ। ਪੋਲਰਾਈਜੇਸ਼ਨ ਡੈਂਸਿਟੀ ਆਪਣੇ ਕੋਲ ਕੀ ਆ ਕਿ ਡਾਈਪੋਲ ਮੂਵਮੈਂਟ ਜਿਹੜੀ ਇੰਡਿਊਸਡ ਹੋ ਰਹੀ ਆ ਪਰ ਯੂਨਿਟ ਵੋਲਿਊਮ ਕਦੋਂ ਪ੍ਰੋਡਿਊਸ ਹੋ ਰਹੀ ਆ ਆਪਣੇ ਕੋਲੇ, ਕਿਸੇ ਵੀ ਡਾਈ ਇਲੈਕਟ੍ਰਿਕ ਸਲੈਬ ਦੇ ਅੰਦਰ ਜਦੋਂ ਉਹਨਾਂ ਨੂੰ ਆਪਾਂ ਇਲੈਕਟ੍ਰਿਕ ਫੀਲਡ ਦੇ ਅੰਦਰ ਪਲੇਸ ਕੀਤਾ ਹੋਇਆ ਸੀਗਾ ਤਾਂ ਉਹ ਆਪਣੇ ਕੋਲ ਕੀ ਆ ਪੋਲਰਾਈਜੇਸ਼ਨ ਡੈਂਸਿਟੀ। ਇਲੈਕਟ੍ਰਿਕ ਫੀਲਡ ਦੇ ਅੰਦਰ ਜਦੋਂ ਆਪਾਂ ਡਾਈ ਇਲੈਕਟ੍ਰਿਕ ਸਲੈਬ ਨੂੰ ਇੰਟਰੋਡਿਊਸ ਕਰਵਾ ਦਿੰਦੇ ਆ ਤਾਂ ਜਿੰਨੀ ਇੰਡਿਊਸਡ ਡਾਈਪੋਲ ਮੂਵਮੈਂਟ ਉੱਥੇ ਡਿਵੈਲਪ ਹੋਊਗੀ ਪਰ ਯੂਨਿਟ ਵੋਲਿਊਮ, ਉਹ ਆਪਣੇ ਕੋਲ ਕੀ ਹੋਊਗੀ ਪੋਲਰਾਈਜੇਸ਼ਨ ਡੈਂਸਿਟੀ, ਤੇ ਉਹਨੂੰ ਆਪਾਂ ਡਿਨੋਟ ਕਰਾਂਗੇ P ਦੇ ਨਾਲ। ਹੁਣ ਆਪਾਂ ਹੋਰ ਸਪੋਜ਼ ਕਰਦੇ ਹਾਂ ਕਿ P ਜੇ ਆਪਣੇ ਕੋਲ ਹੈਗੀ ਆ ਇੰਡਿਊਸਡ ਡਾਈਪੋਲ ਮੂਵਮੈਂਟ ਆ ਕਿੰਨੇ ਆ ਕਿ ਜਿਹੜੇ ਡਾਈਲੈਕਟ੍ਰਿਕ ਦੇ ਅੰਦਰ ਐਟਮਸ ਪਏ ਨੇ ਉਹਨਾਂ ਨੇ ਅਕਵਾਇਰ ਕੀਤੀ ਹੋਈ ਆ, ਐਨ ਆਪਣੇ ਕੋਲ ਕੀ ਆ ਟੋਟਲ ਨੰਬਰ ਆਫ ਐਟਮਸ ਪਰ ਯੂਨਿਟ ਵੋਲਿਊਮ, ਤਾਂ ਪੋਲਰਾਈਜੇਸ਼ਨ ਡੈਂਸਿਟੀ ਕਿਹਦੇ ਇਕੁਅਲ ਹੋ ਜਾਊਗੀ P ਇਜ਼ ਇਕੁਅਲ ਟੂ N ਇੰਟੂ P। N ਮੀਨਸ ਟੋਟਲ ਨੰਬਰ ਆਫ ਐਟਮਸ ਪਰ ਯੂਨਿਟ ਵੋਲਿਊਮ, P ਆਪਣੇ ਕੋਲ ਕੀ ਸੀਗੀ ਇੰਡਿਊਸਡ ਡਾਈਪੋਲ ਮੂਵਮੈਂਟ। ਤਾਂ ਹੁਣ ਆਪਾਂ ਕੀ ਕਿਹਾ ਸੀ ਹੋਰ ਆਪਾਂ ਨੂੰ ਕੀ ਚਾਹੀਦਾ ਪਰ ਯੂਨਿਟ ਵੋਲਿਊਮ। ਤਾਂ ਕਪੈਸਿਟਰ ਦੀ ਜਿਹੜੀ ਹਰੇਕ ਪਲੇਟ ਆ ਉਹਦਾ ਏਰੀਆ ਆਪਣੇ ਕੋਲ ਕਿੰਨਾ A। ਹੁਣ ਜੇ 2 ਪਲੇਟਸ ਦਿੱਤੀਆਂ ਹੋ ਜਾਂਦੀਆਂ 2 ਪਲੇਟਸ ਨੂੰ ਆਪਾਂ ਇੱਕ ਫਾਈਨਾਈਟ ਡਿਸਟੈਂਸ ਦੇ ਉੱਪਰ ਹੀ ਰੱਖਾਂਗੇ, ਉਹ ਡਿਸਟੈਂਸ ਆਪਣੇ ਕੋਲ ਕਿੰਨੀ ਆ D। ਏਰੀਆ ਕਿੰਨਾ ਹੋ ਗਿਆ A ਤੇ ਡਿਸਟੈਂਸ ਕਿੰਨੀ ਆ D, ਤਾਂ ਵੋਲਿਊਮ ਕਿੰਨਾ ਹੋ ਜਾਊਗਾ A ਇੰਟੂ D, ਕਿਉਂਕਿ ਵੋਲਿਊਮ ਕਿਹਦੇ ਇਕੁਅਲ ਹੁੰਦਾ ਲੈਂਥ ਇੰਟੂ ਬ੍ਰੈਥ ਇੰਟੂ ਹਾਈਟ। ਲੈਂਥ ਇੰਟੂ ਬ੍ਰੈਥ ਕਿਹਦੇ ਇਕੁਅਲ ਆ ਏਰੀਆ ਇੰਟੂ ਹਾਈਟ, ਤਾਂ ਆਪਾਂ ਹਾਈਟ ਮੀਨਸ ਡਿਸਟੈਂਸ ਕਿੰਨੀ ਲਈ ਸੀ D, ਤਾਂ A ਇੰਟੂ D ਕਿਹਦੇ ਇਕੁਅਲ ਹੋ ਜਾਊਗਾ ਵੋਲਿਊਮ ਦੇ। ਤਾਂ ਪੋਲਰਾਈਜੇਸ਼ਨ ਡੈਂਸਿਟੀ ਕਿਹਦੇ ਇਕੁਅਲ ਹੋ ਗਈ ਇੰਡਿਊਸਡ ਡਾਈਪੋਲ ਮੂਵਮੈਂਟ ਜਿੰਨੀ ਸੀਗੀ। ਹੁਣ ਡਾਈਪੋਲ ਮੂਵਮੈਂਟ ਆਪਣੇ ਕੋਲੇ ਕਿਹਦੇ ਇਕੁਅਲ ਹੁੰਦੀ ਆ, ਆਪਾਂ ਪਿਛਲਿਆਂ ਦੇ ਵਿੱਚ ਲਿਖ ਕੇ ਆਂਦਾ ਸੀ Q ਇੰਟੂ 2A, ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਚਾਰਜ ਤੇ ਕਿੰਨੀ ਡਿਸਟੈਂਸ ਆਪਾਂ ਰੱਖੀ ਹੋਈ ਆ, ਇੱਥੇ ਆਪਾਂ ਡਿਸਟੈਂਸ ਕਿੰਨੀ ਲਈ ਆ D, ਤੇ ਇੰਡਿਊਸਡ ਚਾਰਜਸ ਨੇ ਆਪਾਂ ਇੱਥੇ ਲਿਖਿਆ ਹੋਇਆ QI, ਤਾਂ ਇਸੇ ਕਰਕੇ P ਦੀ ਵੈਲਿਊ ਕਿੰਨੀ ਹੋ ਗਈ QID ਅਪੋਨ ਵੋਲਿਊਮ ਕਿੰਨਾ ਹੋ ਗਿਆ AD। D ਨਾਲ D ਕੱਟ ਹੋ ਕੇ ਤਾਂ ਕੀ ਰਿਲੇਸ਼ਨ ਆ ਜਾਊਗਾ QI ਅਪੋਨ A, ਬਟ QI ਅਪੋਨ A ਕਿਹਦੇ ਇਕੁਅਲ ਆ ਸਿਗਮਾ P ਸਰਫੇਸ ਚਾਰਜ ਡੈਂਸਿਟੀ, ਤਾਂ ਹੁਣ P ਕਿਹਦੇ ਇਕੁਅਲ ਹੋ ਜਾਊਗਾ ਸਿਗਮਾ P ਪੋਲਰਾਈਜੇਸ਼ਨ ਸਰਫੇਸ ਚਾਰਜ ਡੈਂਸਿਟੀ। ਤਾਂ ਹੁਣ ਜਦੋਂ ਆਪਾਂ ਡਾਈ ਇਲੈਕਟ੍ਰਿਕ ਨੂੰ ਕਪੈਸਿਟਰ ਦੀ 2 ਪਲੇਟਸ ਦੇ ਵਿਚਕਾਰ ਰੱਖ ਰਹੇ ਹਾਂ ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿੰਨੀ ਰਿਡਿਊਸ ਹੋ ਜੂਗੀ ਉਹਨੂੰ ਆਪਾਂ ਕਿਵੇਂ ਐਕਸਪ੍ਰੈਸ ਕਰ ਸਕਦੇ ਹਾਂ, E ਇਜ਼ ਇਕੁਅਲ ਟੂ ਸਿਗਮਾ ਮਾਈਨਸ ਸਿਗਮਾ P ਅਪੋਨ ਐਪਸਾਈਲਨ ਨੋਟ। ਤਾਂ ਹੁਣ ਇੱਥੇ ਆਪਾਂ ਮਾਈਨਸ ਦੇ ਸਾਈਨ ਮੀਨਸ ਆਪਾਂ ਐਪਸਾਈਲਨ ਨੋਟ ਨੂੰ ਡਿਨੋਮੀਨੇਟਰ 'ਚ ਲਿਖ ਸਕਦੇ ਹਾਂ ਦੋਨੋਂ ਟਰਮਸ 'ਚ, ਤਾਂ ਕੀ ਰਿਲੇਸ਼ਨ ਬਣ ਜੂਗਾ ਸਿਗਮਾ ਅਪੋਨ ਐਪਸਾਈਲਨ ਨੋਟ ਮਾਈਨਸ ਸਿਗਮਾ P ਅਪੋਨ ਐਪਸਾਈਲਨ ਨੋਟ। ਤਾਂ ਹੁਣ ਆਪਣੇ ਕੋਲ ਸਿਗਮਾ ਅਪੋਨ ਐਪਸਾਈਲਨ ਨੋਟ ਕਿਹਦੇ ਇਕੁਅਲ ਸੀਗਾ E ਨੋਟ, ਜਿਹੜਾ ਆਪਾਂ ਸਟਾਰਟਿੰਗ 'ਚ ਲਿਖ ਕੇ ਆਏ ਸੀ E ਨੋਟ ਇਜ਼ ਇਕੁਅਲ ਟੂ ਸਿਗਮਾ ਅਪੋਨ ਐਪਸਾਈਲਨ ਨੋਟ, ਤਾਂ ਉਹ ਇਕੁਏਸ਼ਨ ਆਪਾਂ ਇੱਥੇ ਯੂਜ਼ ਕਰ ਦੇਣੀ ਆ। ਤੇ ਸਿਗਮਾ P ਕਿਹਦੇ ਇਕੁਅਲ ਸੀਗਾ P ਦੀ, ਤਾਂ ਇਕੁਏਸ਼ਨ ਕੀ ਬਣ ਗਈ E ਇਜ਼ ਇਕੁਅਲ ਟੂ E ਨੋਟ ਮਾਈਨਸ P ਅਪੋਨ ਐਪਸਾਈਲਨ ਨੋਟ। ਫਿਰ ਨੈਕਸਟ ਹੈ ਆਪਣੇ ਕੋਲ ਇਲੈਕਟ੍ਰਿਕ ਸਸੈਪਟੀਬਿਲਿਟੀ। ਤਾਂ ਪੋਲਰਾਈਜੇਸ਼ਨ ਡੈਂਸਿਟੀ ਕਿਸੇ ਵੀ ਡਾਈ ਇਲੈਕਟ੍ਰਿਕ ਸਲੈਬ ਦੇ ਅੰਦਰ ਜਿਹੜੀ ਪ੍ਰੋਡਿਊਸ ਹੋਈ ਹੈ ਉਹ ਡਾਇਰੈਕਟਲੀ ਡਿਪੈਂਡ ਕਰਦੀ ਹੈ ਕਿ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਰਿਡਿਊਸ ਹੋ ਗਈ। E ਨੂੰ ਹੀ ਆਪਾਂ ਲਿਖਿਆ ਸੀਗਾ E ਨੋਟ ਮਾਈਨਸ EP, E ਕੀ ਸੀਗੀ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਰਿਡਿਊਸਡ ਵੈਲਿਊ, ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣ ਗਈ P ਇਜ਼ ਇਕੁਅਲ ਟੂ ਜ਼ਾਈ ਐਪਸਾਈਲਨ ਨੋਟ E। ਤਾਂ ਇਹ ਸਾਈਨ ਆਪਣੇ ਕੋਲ ਹੈਗਾ ਇਲੈਕਟ੍ਰਿਕ ਸਸੈਪਟੀਬਿਲਿਟੀ ਦਾ। ਹੁਣ ਇਸ ਇਕੁਏਸ਼ਨ ਨੂੰ ਪੁੱਟ ਕਰ ਦੋ, P ਦੀ ਵੈਲਿਊ ਜਿੰਨੀ ਆ ਰਹੀ ਸੀਗੀ ਉਹ ਇਸ ਇਕੁਏਸ਼ਨ 'ਚ ਆਪਾਂ ਪੁੱਟ ਕਰਨੀ ਹੈ 5.09 'ਚ, ਤਾਂ E ਕਿਹਦੇ ਇਕੁਅਲ ਹੋ ਜਾਊਗਾ E ਨੋਟ ਮਾਈਨਸ ਇਲੈਕਟ੍ਰਿਕ ਸਸੈਪਟੀਬਿਲਿਟੀ ਐਪਸਾਈਲਨ ਨੋਟ E ਅਪੋਨ ਐਪਸਾਈਲਨ ਨੋਟ। ਐਪਸਾਈਲਨ ਨੋਟ ਨਾਲ ਐਪਸਾਈਲਨ ਨੋਟ ਕੱਟ, ਤਾਂ ਇਕੁਏਸ਼ਨ ਕੀ ਬਣ ਗਈ E ਇਜ਼ ਇਕੁਅਲ ਟੂ E ਨੋਟ ਮਾਈਨਸ IE। ਤਾਂ E ਨੋਟ ਹੁਣ ਇਹਨੂੰ ਰੀਅਰੇਂਜ ਕਰ ਦੇਣਾ ਆਪਾਂ, ਤਾਂ ਇੱਥੋਂ ਇਕੁਏਸ਼ਨ ਕੀ ਬਣ ਜੂਗੀ E ਪਲੱਸ ਜ਼ਾਈ E ਇਜ਼ ਇਕੁਅਲ ਟੂ E ਨੋਟ। E ਦੋਨਾਂ ਦੇ ਵਿੱਚ ਕਾਮਨ ਆ ਜਾਊਗਾ E 1 ਪਲੱਸ ਜ਼ਾਈ ਇਜ਼ ਇਕੁਅਲ ਟੂ E ਨੋਟ। ਹੁਣ ਆਪਣੇ ਕੋਲੇ K ਕਿਹਦੀ ਰੇਸ਼ੋ ਸੀਗੀ E ਨੋਟ ਅਪੋਨ E, E ਨੂੰ ਆਪਾਂ ਡਿਨੋਮੀਨੇਟਰ ਦੇ ਵਿੱਚ ਲੈ ਜਾਵਾਂਗੇ, ਤਾਂ ਇੱਥੋਂ ਆਪਣੇ ਕੋਲੇ ਇਕੁਏਸ਼ਨ ਕੀ ਬਣ ਗਈ E ਨੋਟ ਅਪੋਨ E, ਇਹ ਕਿਹਦੇ ਇਕੁਅਲ ਹੋ ਜਾਊਗਾ K ਦੇ। ਨੈਕਸਟ ਆਪਣੇ ਕੋਲ ਹੈ ਡਾਈ ਇਲੈਕਟ੍ਰਿਕ ਸਟਰੈਂਥ, ਕਿ ਡਾਈ ਇਲੈਕਟ੍ਰਿਕ ਸਲੈਬ ਨੂੰ ਜਦੋਂ ਆਪਾਂ ਪੈਰਲਲ ਪਲੇਟ ਕਪੈਸਿਟਰ ਦੇ ਅੰਦਰ ਇੰਟਰੋਡਿਊਸ ਕਰਵਾਇਆ ਸੀ ਤਾਂ ਹੁਣ ਆਪਾਂ ਕੀ ਦੇਖਾਂਗੇ ਕਿ ਕੀ ਇਫੈਕਟ ਪੈ ਰਿਹਾ, ਕਿ ਜਿਵੇਂ ਜਿਵੇਂ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਲਗਾਤਾਰ ਇਨਕਰੀਜ਼ ਕਰਦੇ ਜਾਵਾਂਗੇ ਤਾਂ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਵੀ ਕੀ ਹੋਊਗੀ ਇਨਕਰੀਜ਼ ਕਰਨਾ ਸ਼ੁਰੂ ਕਰ ਦੂ। ਤੇ ਜੇ ਹੁਣ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਇਨਕਰੀਜ਼ ਕਰ ਰਹੀ ਆ ਤਾਂ ਆਪਣੇ ਕੋਲੇ ਡਾਈ ਇਲੈਕਟ੍ਰਿਕ ਦੇ ਜਿੰਨੇ ਮੋਲੀਕਿਊਲਸ ਸੀਗੇ ਉਹਨਾਂ ਨੇ ਕੀ ਕਰਨਾ ਜ਼ਿਆਦਾ ਤੋਂ ਜ਼ਿਆਦਾ ਸਟ੍ਰੈਚਿੰਗ ਕਰਨੀ ਸ਼ੁਰੂ ਕਰਨੀ। ਸਟ੍ਰੈਚਿੰਗ ਮੀਨਸ ਆਪਣੇ ਕੋਲੇ ਕੀ ਸੀਗਾ ਕਿ ਉਹਨਾਂ ਨੇ ਰੀਡਿਸਟ੍ਰੀਬਿਊਸ਼ਨ ਕਰਨੀ ਸ਼ੁਰੂ ਕਰ ਦੇਣੀ ਆ ਚਾਰਜਸ ਦੀ, ਤਾਂ ਉਹਦੇ ਵਿੱਚ ਆਪਣੇ ਕੋਲੇ ਕੀ ਹੋ ਰਿਹਾ ਸੀਗਾ ਸਟ੍ਰੈਚਿੰਗ ਦੇ ਵਿੱਚ
ਕਿ ਜਿਹੜੀ ਡਾਇਰੈਕਸ਼ਨ 'ਚ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕੀਤੀ ਸੀਗੀ ਪੋਜ਼ਿਟਿਵ ਚਾਰਜ ਨੇ ਉਹਦੀ ਡਾਇਰੈਕਸ਼ਨ 'ਚ ਮੂਵ ਕਰਨਾ, ਤੇ ਨੈਗੇਟਿਵ ਚਾਰਜ ਕੈਰੀਅਰਸ ਕੀ ਕਰਦੇ ਸੀਗੇ ਉਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਸੀ। ਤਾਂ ਇਹੀ ਆਪਣੇ ਕੋਲੇ ਕੀ ਸੀਗੀ, ਸਟ੍ਰੈਚਿੰਗ ਸੀਗੀ। ਤਾਂ ਹੁਣ ਜੇ ਪੋਟੈਂਸ਼ੀਅਲ ਡਿਫਰੈਂਸ ਨੂੰ ਆਪਾਂ ਗ੍ਰੈਜੂਅਲੀ ਇਨਕਰੀਜ਼ ਕਰਾਂਗੇ ਤਾਂ ਇੱਕ ਇਦਾਂ ਦੀ ਸਟੇਜ ਆ ਜਾਊਗੀ ਕਿ ਜਿਹੜੇ ਇਲੈਕਟ੍ਰੋਨਸ ਸੀਗੇ ਉਹਨਾਂ ਨੇ ਮੋਲੀਕਿਊਲਸ ਤੋਂ ਅਲੱਗ ਹੋਣਾ ਸ਼ੁਰੂ ਕਰ ਦੇਣਾ। ਤਾਂ ਇਸ ਕਰਕੇ ਜਿਹੜਾ ਇਲੈਕਟ੍ਰਿਕ ਬ੍ਰੇਕਡਾਊਨ ਹੋ ਜਾਊਗਾ ਤਾਂ ਡਾਈ ਇਲੈਕਟ੍ਰਿਕ ਨੇ ਕੀ ਕੀਤਾ, ਕੰਡਕਟ ਕਰਨਾ ਸ਼ੁਰੂ ਕੀਤਾ। ਤਾਂ ਹੁਣ ਡਾਈ ਇਲੈਕਟ੍ਰਿਕ ਸਟਰੈਂਥ ਆਪਣੇ ਕੋਲੇ ਕੀ ਹੋ ਜੂਗੀ, ਡਾਈ ਇਲੈਕਟ੍ਰਿਕ ਦੀ ਮੈਕਸਿਮਮ ਵੈਲਿਊ ਆਊਗੀ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ, ਜਿੰਨੀ ਵੈਲਿਊ ਆਪਾਂ ਉਹਨੂੰ ਅਪਲਾਈ ਕੀਤੀ ਹੋਈ ਸੀ ਕਿਸੇ ਵੀ ਡਾਈ ਇਲੈਕਟ੍ਰਿਕ ਨੂੰ। ਤਾਂ ਉਹ ਵੈਲਿਊ ਜਿੰਨੀ ਵੀ ਆਪਾਂ ਦੇਵਾਂਗੇ ਤਾਂ ਉਹਦੇ ਵਿੱਚ ਕਿੰਨੀ ਆਪਾਂ ਮੈਕਸਿਮਮ ਵੈਲਿਊ ਦੇ ਸਕਦੇ ਹਾਂ ਕਿ ਜਿਹੜੇ ਇਲੈਕਟ੍ਰੋਨਸ ਉਹਦੇ ਅੰਦਰ ਪਏ ਸੀ ਮੋਲੀਕਿਊਲ ਤੋਂ ਬ੍ਰੇਕ ਨਾ ਹੋਣ, ਤੇ ਉਹ ਜੇ ਬ੍ਰੇਕ ਕਰ ਜਾਣਗੇ ਤਾਂ ਉਹਨਾਂ ਨੇ ਕੀ ਕਰਨਾ, ਕੰਡਕਟ ਕਰਨਾ ਸ਼ੁਰੂ ਕਰ ਦੇਣਾ। ਤਾਂ ਇਸ ਕੰਡੀਸ਼ਨ ਨੂੰ ਫਿਰ ਆਪਾਂ ਕੀ ਕਹਿਣਾ ਹੈ, ਡਾਈ ਇਲੈਕਟ੍ਰਿਕ ਸਟਰੈਂਥ। ਤਾਂ ਉਹਨਾਂ ਯੂਨਿਟਸ ਆਪਣੇ ਕੋਲੇ ਕੀ ਹੋ ਜਾਣਗੀਆਂ, ਵੋਲਟ ਪਰ ਮੀਟਰ। ਨੈਕਸਟ ਆਪਣੇ ਕੋਲ ਹੈ ਇਲੈਕਟ੍ਰੀਕਲ ਕਪੈਸਿਟੈਂਸ। ਤਾਂ ਇਲੈਕਟ੍ਰੀਕਲ ਕਪੈਸਿਟੈਂਸ ਆਪਣੇ ਕੋਲੇ ਕੀ ਹੈ, ਕਿਸੇ ਵੀ ਕੰਡਕਟਰ ਦੀ ਉਹਦੀ ਐਬਿਲਿਟੀ ਹੈ ਕਿ ਕਿੰਨਾ ਵੱਧ ਤੋਂ ਵੱਧ ਚਾਰਜ ਉਹ ਆਪਣੇ ਉੱਪਰ ਸਟੋਰ ਕਰ ਸਕਦਾ। ਤਾਂ ਹੁਣ ਇਸੇ ਕਰਕੇ ਆਪਾਂ ਸਪੋਜ਼ ਕਰਦੇ ਕਿ ਕੋਈ ਵੀ ਕੰਡਕਟਰ ਆ ਉਹਨੂੰ ਆਪਾਂ ਕੁਛ ਨਾ ਕੁਛ ਚਾਰਜ ਦਿੱਤਾ ਹੋਇਆ, ਤੇ ਜੇ ਆਪਾਂ ਉਹਦਾ ਪੋਟੈਂਸ਼ੀਅਲ ਵੀ ਰੇਜ਼ ਕਰੀ ਜਾਵਾਂਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਚਾਰਜ ਆਪਾਂ ਨੂੰ ਦੇ ਰਹੇ ਹਾਂ ਤਾਂ ਪੋਟੈਂਸ਼ੀਅਲ ਵੀ ਕੀ ਕਰ ਜਾਊਗਾ ਉਹਦਾ, ਇਨਕਰੀਜ਼। ਜਿੰਨਾ ਜ਼ਿਆਦਾ ਤੋਂ ਜ਼ਿਆਦਾ ਚਾਰਜ ਦਿੱਤਾ ਉਨਾ ਹੀ ਉਹਦਾ ਪੋਟੈਂਸ਼ੀਅਲ ਇਨਕਰੀਜ਼ ਕਰ ਗਿਆ। ਚਾਰਜ ਨੂੰ ਆਪਾਂ ਕਿਹਦੇ ਨਾਲ ਸ਼ੋਅ ਕਰਦੇ ਹਾਂ, Q ਦੇ ਨਾਲ, ਤੇ ਪੋਟੈਂਸ਼ੀਅਲ ਆਪਣੇ ਕੋਲ ਹੁੰਦਾ V। ਜਿੰਨਾ ਚਾਰਜ ਦਿੱਤਾ ਉਹਨਾਂ ਪੋਟੈਂਸ਼ੀਅਲ ਇਨਕਰੀਜ਼ ਕੀਤਾ, ਮੀਨਸ ਡਾਇਰੈਕਟਲੀ ਡਿਪੈਂਡੈਂਸ ਸ਼ੋਅ ਕਰਨਗੇ। ਪ੍ਰਪੋਰਸ਼ਨੈਲਿਟੀ ਨੂੰ ਹਟਾ ਕੇ ਆਪਾਂ ਕੀ ਇੱਕ ਕੌਂਸਟੈਂਟ ਇੰਟਰੋਡਿਊਸ ਕਰਵਾਵਾਂਗੇ, ਉਹ ਕੌਂਸਟੈਂਟ ਆਪਣੇ ਕੋਲ ਕਿੰਨਾ ਹੈ, C, ਤੇ ਉਸ ਨੂੰ ਆਪਾਂ ਕੀ ਨਾਮ ਦਿੰਦੇ ਹਾਂ, ਕਪੈਸਿਟੈਂਸ। ਤਾਂ ਹੁਣ ਇਹਦੀ ਵੈਲਿਊ ਆਪਣੇ ਕੋਲ ਕਿਹਦੇ ਉੱਪਰ ਡਿਪੈਂਡ ਕਰੂਗੀ, ਸ਼ੇਪ ਤੇ ਡਾਇਮੈਂਸ਼ਨਸ ਕੀ ਨੇ ਜਿਹੜਾ ਕੰਡਕਟਰ ਆਪਾਂ ਯੂਜ਼ ਕਰ ਰਹੇ ਹਾਂ। ਤਾਂ ਇਹਨੂੰ ਹੀ ਰੀਅਰੇਂਜ ਕਰਕੇ C ਦੀ ਵੈਲਿਊ ਆਪਣੇ ਕੋਲ ਕਿੰਨੀ ਹੋ ਜੂਗੀ, Q/V। ਤਾਂ ਕਪੈਸਿਟੈਂਸ ਕਿਸੇ ਵੀ ਕੰਡਕਟਰ ਨੂੰ ਜਿਹੜੀ ਆਪਾਂ ਡਿਫਾਈਨ ਕਰਦੇ ਕਿ ਕਿੰਨੀ ਕਪੈਸਿਟੈਂਸ ਆ ਕਿਸੇ ਕੰਡਕਟਰ ਦੀ, ਤਾਂ ਉਹ ਕਿਹਦੇ ਇਕੁਅਲ ਹੁੰਦੀ ਆ, ਰੇਸ਼ੋ ਹੋਊਗੀ ਆਪਣੇ ਕੋਲ ਇਲੈਕਟ੍ਰਿਕ ਚਾਰਜ ਦੀ, ਕਿਹਦੇ ਨਾਲ ਰੇਸ਼ੋ ਬਣ ਜੂਗੀ, ਇਲੈਕਟ੍ਰਿਕ ਪੋਟੈਂਸ਼ੀਅਲ ਦੇ ਨਾਲ। ਨੈਕਸਟ ਜੇ ਆਪਾਂ ਸਪੋਜ਼ ਕਰੀਏ ਕਿ ਇਲੈਕਟ੍ਰਿਕ ਪੋਟੈਂਸ਼ੀਅਲ V ਦੀ ਵੈਲਿਊ 1 ਆ ਤਾਂ C ਕਿਹਦੇ ਇਕੁਅਲ ਹੋ ਜੂਗਾ, Q ਦੇ। ਤਾਂ ਕਪੈਸਿਟੈਂਸ ਕਿਸੇ ਵੀ ਕੰਡਕਟਰ ਦੀ ਇਲੈਕਟ੍ਰਿਕ ਚਾਰਜ ਦੇ ਇਕੁਅਲ ਕਦੋਂ ਹੋਊਗੀ, ਜਦੋਂ ਆਪਾਂ ਉਸ ਕੰਡਕਟਰ ਦਾ ਇਲੈਕਟ੍ਰਿਕ ਪੋਟੈਂਸ਼ੀਅਲ 1 ਯੂਨਿਟ ਦੇ ਨਾਲ ਰੇਜ਼ ਕਰ ਦਈਏ। ਤਾਂ ਕਪੈਸਿਟੈਂਸ ਦੀਆਂ ਯੂਨਿਟਸ ਆਪਣੇ ਕੋਲ ਕਿਨੇ, 1 ਫੈਰਡ। ਨੈਕਸਟ ਆਪਣੇ ਕੋਲ ਵੈਲਿਊਜ਼ 1 ਮਾਈਕਰੋਫੈਰਡ ਇਜ਼ ਇਕੁਅਲ ਟੂ 10⁻⁻6 ਫੈਰਡ, 1 ਮਾਈਕਰੋਫੈਰਡ ਇਜ਼ ਇਕੁਅਲ ਟੂ 10⁻12 ਫੈਰਡ। ਤਾਂ ਉਹ ਆਪਣਾ ਹੋਰ ਨਾਮ ਹੈਗਾ ਉਹਦਾ ਪਿਕੋ ਫੈਰਡ। ਥੈਂਕ ਯੂ।